सतगुर नानक प्रगटया, मिटे धुंध जग चानण होआ। ज्यो कर सूरज निकलिया, तारे छपै अंधेर पलोआ। ना मैला ना धुंधला, ना पगवा ना कच, नानक लालो लाल है सच्चे रता सच। कृपा करहो दीन के दाते, मेरा गुण अवगुण न विचार हो कोई। माटी का क्या धोपै स्वामी, मानस की गात एही। ज्ञान ध्यान किश कर्म न जाना, सार न जाना तेरी। सब ते वड्डा सतगुर नानक, जिन कल राखी मेरी। सगल द्वार को छाड़ के, गयो तुहारो द्वार। बाहें गहे की लाज अस, गोबिंद दास तुहार। चवर छत्र तख्त दे मालक, गुरगद्दी दे उत्ते सभाएमान, जुगो जुग अटल। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਸਮੁੱਚਾ ਗੁਰੂ ਨਾਨਕ ਨਾਮ ਲੇਵਾ ਸੰਗਤ, ਧੰਨ ਧੰਨ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਗਟ ਦਿਹਾੜਾ ਮਨਾ ਰਹੀਆਂ ਹਨ। ਆਓ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਈਏ। ਸੋ ਹਾਜ਼ਰੀ ਲਵਾਉਣਾ ਜੀ ਆਖਣਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਸ਼ੁਰੂ ਤੋਂ ਸੁਣਦੇ ਆ ਰਹੇ ਹਾਂ, ਤਿੰਨ ਬੇਦੀਆਂ ਕੇ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੇਦੀ ਕੁਲ ਦੇ ਸਾਹਿਬਜ਼ਾਦੇ ਹੋਏ, ਬੇਦੀ ਕੁਲ ਦੇ ਵਿੱਚ ਅਵਤਾਰ ਧਾਰਿਆ। ਸੋ ਬੇਦੀ ਕੌਣ ਨੇ, ਕਿੱਥੋਂ ਆਏ ਜਾਂ ਇਹਨਾਂ ਦਾ ਇਤਿਹਾਸ ਕੀ ਆ, ਤਾਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਚਿੱਤਰ ਨਾਟਕ ਦੇ ਵਿੱਚ ਜਿੱਥੇ ਉਹਨਾਂ ਨੇ ਆਪਣੀ ਸਵੈ ਜੀਵਨੀ ਲਿਖੀ, ਉੱਥੇ ਬੇਦੀ ਕੁਲ ਦਾ ਵੀ ਇਤਿਹਾਸ ਮਹਾਰਾਜ ਨੇ ਵਰਣਨ ਕੀਤਾ। ਸੋ ਮਹਾਰਾਜ ਕਹਿੰਦੇ ਹਨ ਵੀ ਮਦਰ ਦੇਸ਼ ਭਾਵ ਪੰਜਾਬ ਦੇ ਵਿੱਚ ਸੋਢੀ ਰਾਏ ਰਾਜਾ ਹੋਇਆ। ਸੋਢੀਆਂ ਦਾ ਰਾਜਾ ਅਤੇ ਬੇਦੀ ਕੁਲ ਦੇ ਵਿੱਚ ਝਗੜਾ ਚੱਲਦਾ ਹੈ। ਸੋ ਬੇਦੀ ਜਿਹੜੇ ਇਹ ਕਾਂਸ਼ੀ ਦੇ ਵਿੱਚ ਜਾ ਵਸੇ ਝਗੜੇ ਦੇ ਕਾਰਨ, ਅਤੇ ਸੋਢੀ ਰਾਏ ਨੇ, ਸੋਢੀਆਂ ਦੇ ਰਾਜੇ ਨੇ, ਰਘੂਵੰਸ਼ ਨੇ ਕਿਹਾ ਵੀ ਚਿੱਠੀ ਭੇਜੀ ਕਾਂਸ਼ੀ ਵੀ ਆਪਾਂ ਭਰਾ ਭਰਾ ਝਗੜਾ ਮਿਟਾ ਕੇ ਇਕੱਠੇ ਰਹਿੰਦੇ ਹਾਂ, ਕੀ ਰੱਖਿਆ ਝਗੜਿਆਂ ਦੇ ਵਿੱਚ। ਸੋ ਚਿੱਠੀ ਪੜ੍ਹ ਕੇ ਕਾਂਸ਼ੀ ਤੋਂ ਫਿਰ ਪੰਜਾਬ ਵੱਲ ਆਏ ਬੇਦੀ ਮੁੜ ਕੇ। ਸੋ ਬੇਦੀ ਕੌਣ ਨੇ, ਜਿਨ ਵੇਦ ਪਠਿਓ ਸੋ ਬੇਦੀ ਕਹਾਏ। ਜਿਹੜੇ ਵੇਦਾਂ ਦਾ ਪਾਠ ਕਰਦੇ ਨੇ ਉਹਨਾਂ ਨੂੰ ਬੇਦੀ ਕਹਿੰਦੇ ਨੇ। ਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਨਮ ਪਾਠੀਆਂ ਦੇ ਘਰੇ ਹੋਇਆ। ਬੇਦੀ ਨਾਮ ਤਾਂ ਪਿਆ ਜਿਹੜੇ ਵੇਦਾਂ ਦਾ ਪਾਠ ਸੁਣਾਉਂਦੇ ਨੇ, ਵੇਦਾਂ ਦਾ ਪਾਠ ਕਰਦੇ ਨੇ। ਸੋ ਸੋਢੀ ਰਾਏ ਕੋਲ ਆਏ ਅਤੇ ਫਿਰ ਵੇਦਾਂ ਦਾ ਪਾਠ ਉਹਨੇ ਕਿਹਾ ਵੀ ਸਾਨੂੰ ਸੁਣਾਉਣਾ ਕਰੋ। ਤਾਂ ਬੇਦੀਆਂ ਨੇ ਸਾਮ ਵੇਦ, ਯਜੁਰਵੇਦ, ਰਿਗਵੇਦ, ਪਹਿਲੇ 3 ਵੇਦਾਂ ਦਾ ਪਾਠ ਸੁਣਾਇਆ। ਸੋ ਬੜੀ ਸ਼ਾਂਤੀ ਮਿਲੀ ਵੇਦਾਂ ਦਾ ਪਾਠ ਸੁਣ ਕੇ, ਗਿਆਨ ਲੈ ਕਰਕੇ ਰਾਜੇ ਨੂੰ। ਅਤੇ ਫਿਰ ਬਾਅਦ ਦੇ ਵਿੱਚ ਜਦੋਂ ਅਰਥ ਵੇਦ ਦਾ ਪਾਠ ਸੁਣਾਇਆ, ਵਿਰਾਗ ਹੋ ਗਿਆ। ਇੰਨਾ ਵਿਰਾਗ ਹੋਇਆ ਵੀ ਹੁਣ ਜਿਹੜਾ ਵੀ ਰਾਜ ਭਾਗ ਚੰਗਾ ਨਹੀਂ ਲੱਗਦਾ, ਅਤੇ ਸੰਨਿਆਸ ਲੈ ਲਿਆ। ਜੰਗਲਾਂ ਵੱਲ ਨੂੰ ਕਹਿੰਦਾ ਵੀ ਚਲੇ ਜਾਣਾ। ਸੋ ਜੰਗਲਾਂ ਵੱਲ ਨੂੰ ਜਾਣ ਲੱਗਿਆਂ ਸੋਢੀ ਰਾਏ ਨੇ, ਸੋਢੀਆਂ ਦੇ ਰਾਜੇ ਨੇ ਸਾਰਾ ਰਾਜ ਪਾਠ ਜਿਹੜਾ ਵੇਦੀਆਂ ਨੂੰ ਦੇ ਦਿੱਤਾ, ਜਿਵੇਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਚਿੱਤਰ ਨਾਟਕ ਦੇ ਵਿੱਚ ਲਿਖਿਆ ਉਵੇਂ। ਸੋ ਸਾਰਾ ਰਾਜ ਭਾਗ ਜਿਹੜਾ ਬੇਦੀਆਂ ਨੂੰ ਦੇ ਦਿੱਤਾ, ਅਤੇ ਕਿਹਾ ਵੀ ਆਪ ਜੀ ਦੇ ਕੁਲ ਦੇ ਵਿੱਚ ਜਦੋਂ ਨਾਨਕ ਸਾਹਿਬ ਜੀ ਹੋਣਗੇ ਅਗਾਂਹ, ਅਤੇ ਫਿਰ ਅਸੀਂ ਉਹਨਾਂ ਦੀ ਸਿੱਖੀ ਧਾਰਨ ਕਰਾਂਗੇ। ਸੋ ਇਹ ਕਹਿ ਕਰਕੇ ਸੰਨਿਆਸ ਲੈ ਲਿਆ, ਅਤੇ ਬੇਦੀ ਬਹੁਤ ਖੁਸ਼ ਹੋਏ ਕਿਉਂਕਿ ਰਾਜ ਭਾਗ ਮਿਲ ਗਿਆ। ਸੋ ਅਗਾਂਹ ਚੱਲ ਕੇ ਬੇਦੀਆਂ ਦੇ ਵਿੱਚ ਆਪਸ ਦੇ ਵਿੱਚ ਫੁੱਟ ਪੈ ਗਈ ਕਿਸੇ ਗੱਲੋਂ, ਲੜਾਈ ਝਗੜਾ ਚੱਲ ਪਿਆ। ਤਾਂ ਜਿਹੜਾ ਕਿ ਬਾਅਦ ਵਿੱਚ
ਸਹੀ ਨਹੀਂ ਹੋਇਆ ਤੇ ਫਿਰ ਇਹਨਾਂ ਤੋਂ ਬਚਦਾ ਬਚਦਾ ਵੰਡੀਆਂ ਪੈ ਗਈਆਂ ਰਾਜ ਭਾਗ ਦੀਆਂ। ਫਿਰ 20 ਪਿੰਡ ਮਹਾਰਾਜ ਕਹਿੰਦੇ ਰਹਿ ਗਏ ਇਹਨਾਂ ਦੇ ਕੋਲ। ਉੱਥੇ ਆਣ ਕੇ ਫਿਰ ਇਹਨਾਂ ਨੇ ਕਿਰਸਾਣੀ ਖੇਤੀਬਾੜੀ ਸ਼ੁਰੂ ਕੀਤੀ। ਤੇ ਫਿਰ ਅਗਾਂਹ ਕਲਗੀਧਰ ਪਾਤਸ਼ਾਹ ਲਿਖਦੇ ਹਨ, ਤਿੰਨ ਬੇਦੀਆਂ ਕੇ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਉਹਨਾਂ ਬੇਦੀਆਂ ਦੇ ਕੁਲ ਦੇ ਵਿੱਚ ਬੇਦੀ ਕੌਣ ਸਨ? ਜਿਨ੍ਹਾਂ ਨੇ ਵੇਦਾਂ ਦਾ ਪਾਠ ਕੀਤਾ, ਪਾਠੀ। ਸੋ ਉਹਨਾਂ ਪਾਠੀਆਂ ਦੀ ਕੁਲ ਦੇ ਵਿੱਚ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਹੋਏ ਨੇ। ਸੋ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਚੂੜਾਮਨ ਕਵੀ, ਜਿਨ੍ਹਾਂ ਨੇ 14 ਗ੍ਰੰਥ ਗੁਰ ਇਤਿਹਾਸ ਦੇ ਲਿਖੇ ਨੇ। ਪਹਿਲੇ 3 ਦਾ ਨਾਮ ਹੈ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਤੇ ਬਾਕੀ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ। ਤੋ ਆਪਣੇ ਗ੍ਰੰਥ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਮਹਾਰਾਜ ਦੇ ਅਵਤਾਰ ਬਾਬਤ ਲਿਖਦੇ ਨੇ। ਸੋ ਜਿਵੇਂ ਕਿ ਕੋਈ ਭਗਤ ਹੋਵੇ ਜਾਂ ਵੀ ਕੋਈ ਦਾਨੀ ਸੱਜਣ ਭਗਤ ਹੋਵੇ, ਰੱਬ ਦੇ ਨਾਲ ਜੁੜਿਆ ਹੋਵੇ, ਕਿੰਨੇ ਸੰਤ ਮਹਾਂਪੁਰਖ ਹੋ ਚੁੱਕੇ ਨੇ ਤੇ ਉਹਨਾਂ ਦਾ ਤੁਸੀਂ ਕੁੱਲ ਵੇਖੋਗੇ, ਮਾਤਾ ਪਿਤਾ ਦੀ ਬੜੀ ਭਗਤੀ ਆ। ਸੋ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਖੁਦ ਅਵਤਾਰ ਨੇ, ਨਿਰਗੁਣ ਸਰੂਪ ਦੇ ਸਰਗੁਣ ਸਰੂਪ ਦੇ ਵਿੱਚ ਅਕਾਲ ਪੁਰਖ ਦੇ ਅਵਤਾਰ ਨੇ। ਤੇ ਫਿਰ ਗੱਲ ਇੰਝ ਆ, ਫਿਰ ਉਹਨਾਂ ਦੀ ਮਾਤਾ ਪਿਤਾ ਦੀ ਬੜੀ ਭਗਤੀ ਹੋ ਗਈ। ਤੇ ਇੰਨੇ ਵੱਡੇ ਅਵਤਾਰ ਨੇ ਇਸ ਜਗਤ ਵਿੱਚ ਆਉਣਾ, ਥੋੜ੍ਹੀ ਭਗਤੀ ਦੇ ਨਾਲ ਗੱਲ ਨਹੀਂ ਬਣਨੀ। ਤੇ ਕਵੀ ਰਾਜ ਜੀ ਲਿਖਦੇ ਹਨ, ਮਹਿਤਾ ਕਾਲੂ ਜੀ ਪਿਛਲੇ ਪਤਾ ਨਹੀਂ ਕਿੰਨੇ ਜਨਮਾਂ ਤੋਂ ਭਗਤੀ ਕਰਦੇ ਸਨ। ਇਹ ਪਿਛਲੇ ਜਨਮਾਂ ਦੀ ਗੱਲ ਕਵੀ ਰਾਜ ਜੀ ਲਿਖਦੇ ਨੇ, ਭਾਈ ਸੰਤੋਖ ਸਿੰਘ ਜੀ ਕਹਿੰਦੇ ਪਤਾ ਨਹੀਂ ਕਿੰਨੇ ਜਨਮਾਂ ਦੀ ਭਗਤੀ ਕੀਤੀ ਤੇ ਮੰਗ ਇਹ ਰੱਖੀ ਆ ਵੀ ਮੇਰੇ ਘਰ ਦੇ ਵਿੱਚ ਖੁਦ ਰੱਬ ਆਵੇ। ਤੇ ਫਿਰ ਵਰਦਾਨ ਮਿਲਿਆ, ਭਗਤੀ ਦਾ ਫਲ ਮਿਲਿਆ ਵੀ ਕਲਯੁਗ ਦੇ ਵਿੱਚ ਅਵਤਾਰ ਧਾਰਾਂਗੇ। ਤੇ ਫਿਰ ਮਹਿਤਾ ਕਾਲੂ ਜੀ ਦਾ ਜਨਮ ਹੋਇਆ। ਸੋ ਉਹਨਾਂ ਦੇ ਅਗਾਂਹ ਫਿਰ ਪਰਿਵਾਰ ਦੇ ਵਿੱਚ ਜਿਹੜਾ ਦਿਹਾੜਾ ਅੱਜ ਆਪਾਂ ਮਨਾ ਰਹੇ ਹਾਂ, ਇਸ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਵਤਾਰ ਧਾਰਿਆ। ਪਹਿਲਾਂ ਭਗਤੀ ਆਈ ਘਰ ਦੇ ਵਿੱਚ ਬੇਬੇ ਨਾਨਕੀ ਜੀ 5 ਸਾਲ ਪਹਿਲਾਂ, ਕਿਉਂਕਿ ਪਹਿਲਾਂ ਭਗਤੀ ਆਉਂਦੀ ਆ ਫਿਰ ਗਿਆਨ ਆਉਂਦਾ ਆ। ਪਹਿਲਾਂ ਭਗਤੀ ਆਵੇਗੀ ਤੇ ਫਿਰ ਗਿਆਨ ਹੋਵੇਗਾ। ਜਦੋਂ ਚੌਂਕੜਾ ਲੱਗੇਗਾ, ਬੰਦਗੀ ਹੋਵੇਗੀ ਤੇ ਫਿਰ ਗਿਆਨ ਦੀ ਪ੍ਰਾਪਤੀ ਆ। ਪਹਿਲਾਂ 5 ਸਾਲ ਪਹਿਲਾਂ ਭਗਤੀ ਦੀ ਮੂਰਤ ਬੇਬੇ ਨਾਨਕੀ ਜੀ ਆਏ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਨ੍ਹਾਂ ਦੀ ਕੁੱਖ ਤੋਂ ਜਨਮ ਲਿਆ, ਮਾਤਾ ਤ੍ਰਿਪਤਾ ਜੀ। ਸੋ ਜਿਵੇਂ ਦਾ ਨਾਮ ਹੈ ਉਵੇਂ ਦੀ ਉਹ ਮੂਰਤ ਹੈ, ਤ੍ਰਿਪਤ। ਮਾਤਾ ਸੱਚੀ ਤ੍ਰਿਪਤ ਮੂਰਤ ਹੈ। ਕਹਿੰਦੇ ਮਾਤਾ ਤ੍ਰਿਪਤਾ ਜੀ ਦੇ ਕੋਲ ਬੈਠਿਆਂ ਠੰਡ ਪੈਂਦੀ ਹੁੰਦੀ ਸੀ, ਮਨ ਨੂੰ ਸ਼ਾਂਤੀ ਆਉਣੀ। ਤੇ ਜਿੱਦਣ ਮਹਾਰਾਜ ਨੇ ਅਵਤਾਰ ਧਾਰਨਾ ਸੀ, ਸੋ ਅਵਤਾਰ ਸ਼ਬਦ ਜਦੋਂ ਵਰਤੀਦਾ ਨਾ, ਸੋ ਕਈ ਕਹਿੰਦੇ ਵੀ ਇਹ ਤੇ ਹਿੰਦੂਆਂ ਦਾ ਸ਼ਬਦ ਆ ਜਾਂ ਸਨਾਤਨ ਮਤ, ਕਿਉਂਕਿ 23 ਅਵਤਾਰ ਹੋਏ ਵਿਸ਼ਨੂੰ ਜੀ ਦਾ, 24ਵਾਂ ਹੋਣਾ ਆ ਕਲਕੀ ਅਵਤਾਰ। ਕਹਿੰਦੇ ਇਹ ਤੇ ਅਵਤਾਰ ਤੇ ਹਿੰਦੂਆਂ ਦਾ ਸ਼ਬਦ ਆ, ਗੁਰੂ ਨਾਨਕ ਸਾਹਿਬ ਮਹਾਰਾਜ ਲਈ ਨਹੀਂ ਵਰਤਣਾ ਚਾਹੀਦਾ। ਸੋ ਬੇਨਤੀ ਇਸ ਪ੍ਰਕਾਰ ਆ, ਅਵਤਾਰ ਦਾ ਅਰਥ ਕੀ ਆ? ਅਵਤਾ ਭਾਵ ਬਿਪਤਾ, ਦੁੱਖ। ਜਦੋਂ ਕੋਈ ਸੰਕਟ ਸਿਰ ਤੇ ਹੋਵੇ, ਅਵਤਾ ਤੇ ਰਾਰੇ ਤੋਂ ਭਾਵ ਹੁੰਦਾ ਰੱਖਿਆ ਕਰਨ ਵਾਲਾ। ਜਦੋਂ ਸੰਕਟ ਤੋਂ, ਦੁਵਿਧਾ ਤੋਂ, ਬਿਪਤਾ ਤੋਂ ਰੱਖਿਆ ਕਰਨ ਵਾਲਾ ਆਵੇ ਤੇ ਉਹਨੂੰ ਕਹਿੰਦੇ ਅਵਤਾਰੀ ਪੁਰਖ। ਸੋ ਇਸ ਤਰ੍ਹਾਂ 4 ਤਰ੍ਹਾਂ ਦੇ ਅਵਤਾਰ ਮੰਨੇ ਗਏ ਹਨ। ਜਿਵੇਂ ਅੰਸਾ ਅਵਤਾਰ ਹੁੰਦੇ ਨੇ, ਇੱਕ ਧਰਮੀ ਰਾਜੇ ਹੁੰਦੇ ਨੇ, ਉਹਨਾਂ ਨੂੰ ਵੀ ਅਵਤਾਰ ਮੰਨਿਆ ਜਾਂਦਾ, ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਵਰਗੇ। ਸੋ ਇੱਕ ਜਿਹੜੇ ਭਗਤੀ ਕਰਕੇ ਸ੍ਰੇਸ਼ਟ ਬਣਦੇ ਨੇ, ਸੰਤ ਮਹਾਂਪੁਰਖ ਕਹਿਲਾਉਂਦੇ ਨੇ। ਸੋ ਇਵੇਂ ਕਈ ਤਰ੍ਹਾਂ ਦੇ ਅਵਤਾਰ ਹਨ। ਕੋਈ 14 ਕਲਾ ਸੰਪੂਰਨ ਹੈ, ਕੋਈ 16 ਕਲਾ। ਕ੍ਰਿਸ਼ਨ ਜੀ ਵਰਗੇ, ਪਰਸ਼ੁਰਾਮ ਜੀ ਵਰਗੇ 2 ਕਲਾ ਹਨ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਖੁਦ ਨਿਰਗੁਣ ਸਰੂਪ ਸਨ, ਸਰਗੁਣ ਸਰੂਪ ਦੇ ਵਿੱਚ ਆਏ। ਤੋ ਸਰਬ ਕਲਾ ਸੰਪੂਰਨ ਮਹਾਰਾਜ। ਜਿੱਦਣ ਮਹਾਰਾਜ ਦਾ ਅੱਜ ਦਾ ਦਿਹਾੜਾ ਜਿਹੜਾ ਆਪਾਂ ਮਨਾ ਰਹੇ ਹਾਂ, ਅੰਮ੍ਰਿਤ ਵੇਲੇ। ਸੋ ਅੰਮ੍ਰਿਤ ਵੇਲਾ ਜਿਹੜਾ ਸ਼ਬਦ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦਿੱਤਾ ਹੈ ਆਪਾਂ ਨੂੰ। ਇਸ ਤੋਂ ਪਹਿਲਾਂ ਮਹਾਰਾਜ ਦੀ ਬਾਣੀ ਤੋਂ ਪਹਿਲਾਂ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ 20-4, ਇਸ ਤੋਂ ਪਹਿਲਾਂ ਕਿਸੇ ਵੀ ਧਾਰਮਿਕ ਗ੍ਰੰਥ ਦੇ ਵਿੱਚ ਅੰਮ੍ਰਿਤ ਵੇਲਾ ਸ਼ਬਦ ਨਹੀਂ ਮਿਲਦਾ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅੰਮ੍ਰਿਤ ਵੇਲੇ ਦੀ ਵਡਿਆਈ ਬਖਸ਼ੀ ਹੈ। ਸੋ ਅੰਮ੍ਰਿਤ ਵੇਲਾ ਪਹਿਲੇ ਪੈਰ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਤੇ ਅੱਜ ਤੋਂ 1 ਦਿਨ ਪਹਿਲਾਂ ਜਿਹੜਾ ਕੱਲ੍ਹ ਦਾ ਦਿਹਾੜਾ ਮਨਾ ਕੇ ਹਟੇ ਆ, ਕਹਿੰਦੇ ਇਸ ਦਿਨ ਨਾ ਰਾਏ ਭੋਏ ਦੀ ਤਲਵੰਡੀ ਵਿਖੇ ਬੜਾ ਮੀਂਹ ਪਿਆ। ਜਿਵੇਂ ਗਲੀਆਂ ਕੁਦਰਤ ਨੇ ਸਾਫ਼ ਕੀਤੀਆਂ ਹੋਣ,
ਤੇ ਕੁਦਰਤ ਖਿਲ ਗਈ, ਫੁੱਲ ਆਦਿਕ ਖਿਲ ਗਏ, ਚਿੜੀਆਂ ਚਹਿਕਣ ਲੱਗ ਪਈਆਂ। ਜਿਵੇਂ ਆਪਾਂ ਘਰ ਦੇ ਵਿੱਚ ਕਿਸੇ ਪ੍ਰਾਹੁਣੇ ਨੇ ਆਉਣਾ ਹੋਵੇ ਨਾ, ਇੱਕ ਦਿਨ ਪਹਿਲਾਂ ਸਫਾਈ ਕਰਕੇ ਰੱਖਦੇ ਹਾਂ, ਕਿਸੇ ਖਾਸ ਸੱਜਣ ਨੇ ਆਉਣਾ ਹੋਵੇ। ਸੋ ਐਵੇਂ ਅਵਤਾਰ ਆਉਣਾ ਸੀ ਤੇ ਕੁਦਰਤ ਨੇ ਸਾਫ ਸਫਾਈ ਕੀਤੀ ਰਾਏ ਭੋਏ ਦੀ ਤਲਵੰਡੀ ਦੇ। ਸੋ ਜਦੋਂ ਵੀ ਅਵਤਾਰੀ ਪੁਰਖ ਹੋਏ ਨੇ, ਆਏ ਨੇ, ਤੇ ਕੀ ਹੋਇਆ ਆ, ਕੁਝ ਕਾਰਨ ਬਣਿਆ ਆ ਵੀ ਜਿਵੇਂ ਹਰਨਾਕਸ਼ ਜਿਹੜਾ ਸੀ ਭਗਤੀ ਨਹੀਂ ਸੀ ਕਰਨ ਦਿੰਦਾ, ਸੰਤਾਂ ਸਾਧੂਆਂ ਦਾ ਵੈਰੀ ਬਣ ਗਿਆ ਸੀ ਤੇ ਕਹਿੰਦਾ ਸੀ ਜਲੇ ਹਰਨਾਕਸ਼ ਥਲੇ ਹਰਨਾਕਸ਼, ਹਰ ਥਾਂ ਮੇਰਾ ਨਾਮ ਜਪੋ। ਪਰ ਉਹਦਾ ਪੁੱਤਰ ਪ੍ਰਹਲਾਦ ਜੀ ਕਹਿੰਦਾ ਜਲੇ ਹਰੀ ਥਲੇ ਹਰੀ ਇਹਾ ਹਰੀ ਊਹਾ ਹਰੀ। ਉਹ ਹਰ ਥਾਂ ਪ੍ਰਮਾਤਮਾ ਦਾ ਨੂੰ ਵੇਖਦਾ ਸੀ ਤੇ ਜਪਦਾ ਸੀ। ਸੋ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਧਰਾਇਆ। ਜਿਵੇਂ ਹਰਨਾਕਸ਼ ਨੂੰ ਮਾਰਨ ਵਾਸਤੇ ਤੇ ਧਰਮ ਦੀ ਰੱਖਿਆ ਕਰਨ ਵਾਸਤੇ ਫਿਰ ਨਰਸਿੰਘ ਅਵਤਾਰ ਦੇ ਵਿੱਚ ਆਏ ਨੇ ਪਰਮੇਸ਼ਰ, ਇਵੇਂ ਸਮੇਂ ਸਮੇਂ ਅਨੁਸਾਰ ਹਰ ਯੁੱਗ ਦੇ ਵਿੱਚ ਜਿਹੜਾ ਵੀ ਅਵਤਾਰ ਧਾਰਿਆ। ਪਰ ਹੁਣ ਗੱਲ ਅਵਤਾਰਾਂ ਤੱਕ ਨਹੀਂ ਰਹਿ ਗਈ, ਕਿਉਂਕਿ ਮਹਾਰਾਜ ਲਿਖਦੇ ਹਨ ਵੀ ਜਿਹੜਾ ਸਮਾਂ ਸੀ ਨਾ ਉਸ ਸਮੇਂ ਹਿੰਦੁਸਤਾਨ ਦਾ, ਅੱਜ ਤੇ ਸਮਾਂ ਕੁਝ ਨਹੀਂ, ਕਹਿੰਦੇ ਬੜਾ ਭਿਆਨਕ ਸਮਾਂ ਸੀ। ਉਹ ਬੜਾ ਜ਼ੁਲਮ ਹੋ ਰਿਹਾ ਸੀ, ਬੜਾ ਅਨਿਆਏ ਹੋ ਰਿਹਾ ਸੀ। ਧਰਮ ਦੇ ਕਹਿੰਦੇ ਪੰਖ ਲਾ ਕੇ ਉੱਡ ਗਿਆ ਸੀ, ਧਰਮ ਤਾਂ ਰਹਿ ਨਹੀਂ ਗਿਆ ਸੀ। ਚਾਰ ਥੰਮਾਂ ਤੇ ਇਹ ਸੰਸਾਰ ਕਹਿੰਦੇ ਖਲੋਤਾ ਆ, ਦਇਆ, ਧਰਮ, ਸੱਚ ਤੇ ਸੋਚ। ਜੋ ਵਾਹਿਗੁਰੂ ਸਭ ਤੋਂ ਪਹਿਲਾਂ ਜਿਹੜਾ ਯੁੱਗ ਹੈ ਸਤਯੁੱਗ, ਉਹਦੇ ਵਿੱਚ ਚਾਰੇ ਸੀ। ਫਿਰ ਤ੍ਰਿਪਤਾ ਆਇਆ, ਉਹਦੇ ਵਿੱਚ 3 ਰਹਿ ਗਏ, ਤੇ ਦੁਆਪਰ ਦੇ ਵਿੱਚ 2 ਰਹਿ ਗਏ, ਤੇ ਕਹਿੰਦੇ ਕਲਯੁੱਗ ਦੇ ਵਿੱਚ ਇਕੱਲਾ ਹੁਣ ਬਸ ਦਾਨ ਰਹਿ ਗਿਆ, ਕੇਵਲ ਦਾਨ ਤੱਕ ਰਹਿ ਗਏ ਸੀਮਤ। ਸੋ ਉਹ ਵੀ ਆਪਣਾ ਨਹੀਂ ਆ, ਉਹ ਵੀ ਪ੍ਰਮਾਤਮਾ ਬਖਸ਼ਦਾ ਤੇ ਅੱਗੇ ਬੰਦਾ ਦਾਨ ਕਰਦਾ। ਹਾਲਾਤ ਕੀ ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀ ਬਾਣੀ ਦੇ ਵਿੱਚ ਲਿਖਦੇ ਹਨ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੇ ਜੀਆ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤਿਨੇ ਉਜਾੜੇ ਕਾ ਬੰਧ। ਜਿਹੜੇ ਧਾਰਮਿਕ ਪੁਰਸ਼ ਹੁੰਦੇ ਨਾ, ਜਿਵੇਂ ਕਾਜੀ ਹੋ ਗਏ, ਸੋ ਬ੍ਰਾਹਮਣ ਹੋ ਗਏ, ਇਹ ਤੇ ਕਹਿੰਦੇ ਪੌੜੀ ਸੀ ਆਮ ਲੋਕਾਂ ਦੇ ਵਿੱਚ ਤੇ ਪ੍ਰਮਾਤਮਾ ਦੇ ਵਿੱਚ। ਜਿਵੇਂ ਇੱਕ ਕਿਨਾਰੇ ਤੋਂ ਨਦੀ ਪਾਰ ਕਰਕੇ ਦੂਜੇ ਕੰਢੇ ਜਾਣਾ ਹੋਵੇ ਤੇ ਕੋਈ ਸਾਧਨ ਤੇ ਚਾਹੀਦਾ ਨਾ, ਜਾਂ ਪੁੱਲ ਹੋ ਜਾਵੇ ਬੇੜੀ ਹੋਵੇ। ਸੋ ਇਸ ਤਰ੍ਹਾਂ ਇਹ ਪੁੱਲ ਦੀ ਨਿਆਈ ਸੀ ਜਾਂ ਬੇੜੀ ਦੀ ਨਿਆਈ ਸੀ। ਇਹਨਾਂ ਨੇ ਤਾਂ ਗਿਆਨ ਬਖਸ਼ਣਾ ਸੀ, ਸਿੱਧੇ ਰਾਹ ਪਾਉਣਾ ਸੀ, ਧਰਮ ਦਾ ਗਿਆਨ ਦੇਣਾ ਸੀ। ਪਰ ਕਹਿੰਦੇ ਕਾਦੀ ਕੂੜ ਬੋਲ ਮਲ ਖਾਏ, ਜਿਹੜਾ ਕਾਜੀ ਸੀ ਨਾ ਝੂਠੇ ਫਤਵੇ ਦੇ ਅਰਥ ਕਰਦਾ ਆ, ਕੁਰਾਨ ਦੇ ਝੂਠੇ ਅਰਥ ਕਰਦਾ ਹੈ, ਗਲਤ ਅਰਥ ਕਰਕੇ ਤੇ ਰਾਜੇ ਕੋਲੋਂ ਕਤਲ ਕਰਵਾਉਂਦਾ ਹੈ, ਪ੍ਰਜਾ ਨੂੰ ਮੰਦਰ ਢਵਾਉਂਦਾ ਆ। ਸੋ ਕਾਦੀ ਕੂੜ ਬੋਲ ਮਲ ਖਾਏ, ਇਵੇਂ ਇਹ ਗੰਦਗੀ ਖਾ ਰਿਹਾ ਹੈ। ਬ੍ਰਾਹਮਣ ਨਹਾਵੇ ਜੀਆ ਘਾਏ। ਸੋ ਬ੍ਰਾਹਮਣ ਜਿਹੜਾ ਸੀ ਲੋਕਾਂ ਨੂੰ ਪਖੰਡ ਦੇ ਵਿੱਚ ਪਾ ਕੇ, ਵਹਿਮਾਂ ਭਰਮਾਂ ਦੇ ਵਿੱਚ ਪਾ ਕੇ ਤੇ ਆਪ ਤੇ ਤੀਰਥਾਂ ਦੇ ਇਸ਼ਨਾਨ ਕਰਦਾ ਫਿਰਦਾ, ਕਹਿੰਦੇ ਐਵੇਂ ਮੈਲ ਥੋੜ੍ਹਾ ਉਤਰਦੀ ਆ ਮਨ ਦੀ। ਤੇ ਫਿਰ ਤੀਜੇ ਜਿਹੜੇ ਸੀ ਜੋਗੀ, ਜਿਨ੍ਹਾਂ ਤੋਂ ਗਿਆਨ ਵੀ ਸੀ ਤੇ ਧਿਆਨ ਵੀ ਸੀ, ਜੋਗੀ ਜੁਗਤ ਨਾ ਜਾਣੇ ਅੰਧ। ਪਰ ਕਹਿੰਦੇ ਅੰਨਾ ਮੰਨਦੇ ਆ ਉਹਨੂੰ, ਕਿਉਂ ਜੁਗਤ ਨਹੀਂ ਹੈ। ਉਹਨੇ ਤਾਂ ਸੰਸਾਰ ਤਿਆਗ ਦਿੱਤਾ, ਪਰਿਵਾਰ ਤਿਆਗ ਦਿੱਤਾ, ਸੋ ਕਿਰਤ ਕਰਨੀ ਤਿਆਗ ਦਿੱਤੀ ਤੇ ਜੰਗਲਾਂ ਪਹਾੜਾਂ 'ਤੇ ਜਾ ਕੇ ਬਹਿ ਗਏ ਵੀ ਸ਼ਾਇਦ ਸੰਨਿਆਸ ਲੈਣ ਦੇ ਨਾਲ ਪ੍ਰਮਾਤਮਾ ਮਿਲਦਾ ਹੋਵੇ। ਮਹਾਰਾਜ ਕਹਿੰਦੇ ਇਹ ਵੀ ਅੰਨਾ ਆ, ਤਿੰਨੇ ਉਜਾੜੇ ਕਾ ਬੰਧ। ਇਹ 3 ਤੇ ਮੁੱਖ ਸੀ ਜਿਨ੍ਹਾਂ ਨੇ ਧਰਮ ਨਾਲ ਜੋੜਨਾ ਸੀ, ਤੇ ਪਰ ਉਲਟਾ ਤਿੰਨੇ ਉਜਾੜੇ ਕਾ ਬੰਧ, ਇਹ ਤਿੰਨੇ ਉਜਾੜਨ ਦਾ ਬੰਧ ਬਣ ਗਏ। ਸੋ ਜਿਵੇਂ ਵਾਟ ਉਲਟਾ ਖੇਤ ਨੂੰ ਖਾਂਦੀ ਹੋਵੇ, ਇਵੇਂ ਦਾ ਮਾਹੌਲ ਹੋ ਗਿਆ। ਤੇ ਫਿਰ ਕੀ ਹੋਇਆ, ਧਰਤੀ 'ਤੇ ਖੂਨ ਬੜਾ ਡੁੱਲਾ ਮਜਲੂਮਾਂ ਦਾ। ਧਰਤੀ ਪੁਕਾਰ ਕਰਨ ਲੱਗ ਪਈ। ਸੋ ਧਰਤੀ ਨੇ ਪੁਕਾਰ ਕੀਤੀ ਆ। ਹੁਣ ਜੇ ਕੋਈ ਪੁੱਛੇ ਧਰਤੀ ਵੀ ਪੁਕਾਰ ਕਰ ਸਕਦੀ ਹੈ, ਤੇ ਮਹਾਰਾਜ ਲਿਖਦੇ ਕਲਮਲ ਹੋਏ ਮੇਦਨੀ, ਅਰਦਾਸ ਕਰੇ ਲਿਵਲਾਏ। ਫਿਰ ਮੇਦਨੀ ਆਂਦੇ ਧਰਤੀ ਨੂੰ, ਫਿਰ ਪਾਪ ਨਾ ਸਹਾਰ ਸਕੀ ਤੇ ਅਰਦਾਸ ਕੀਤੀ ਧਰਤੀ ਨੇ, ਹੈ ਪ੍ਰਮਾਤਮਾ ਭਾਰ ਬੜਾ ਹੈ ਮੇਰੇ 'ਤੇ, ਕਿਰਪਾ ਕਰੋ ਤੁਸੀਂ ਅਕਾਲ ਪੁਰਖ ਵਾਹਿਗੁਰੂ ਜੀ। ਤੇ ਭਾਈ ਗੁਰਦਾਸ ਜੀ ਜਿਵੇਂ ਲਿਖਦੇ ਹਨ, ਪੁੱਛਿਆ ਪ੍ਰਮਾਤਮਾ ਨੇ ਕਿਸ ਚੀਜ਼ ਦਾ ਭਾਰ ਆ, ਪਹਾੜਾਂ ਦਾ, ਰੁੱਖਾਂ ਦਾ, ਬਨਸਪਤੀ ਦਾ, ਮਹਿਲਾਂ ਦਾ। ਕਹਿੰਦੇ ਨਹੀਂ, ਕਿਸੇ ਦਾ ਭਾਰ ਨਹੀਂ, ਅਕਿਰਤਕਣ ਲੋਕਾਂ ਦਾ ਭਾਰ ਆ। ਸੋ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਕਲਯੁੱਗ ਦੇ ਵਿੱਚ ਅਵਤਾਰ ਧਾਰਨਾ ਕੀਤਾ ਆ। ਸੋ ਮਹਾਰਾਜ ਨੇ ਅਵਤਾਰ ਧਾਰਿਆ ਰਾਏ ਭੋਏ ਦੀ ਤਲਵੰਡੀ, ਜਿਹੜਾ ਦਿਹਾੜਾ ਅੱਜ ਆਪਾਂ ਮਨਾ ਰਹੇ ਨੇ।
ਸੋ ਜਿਹਦੇ ਕਹਿੰਦੇ ਮਹਾਰਾਜ ਨੇ ਜਨਮ ਲਿਆ ਨਾ, ਤੇ ਜਿਹਨੇ ਪਹਿਲਾਂ ਦਰਸ਼ਨ ਕੀਤੇ, ਧੰਨ ਆ ਮਾਈ ਦੌਲਤਾਂ ਜਿਹਨੇ ਖੁਦ ਪਰਮੇਸ਼ਰ ਦੇ ਦਰਸ਼ਨ ਕੀਤੇ ਸਭ ਤੋਂ ਪਹਿਲਾਂ। ਤੇ ਮਹਿਤਾ ਕਾਲੂ ਜੀ ਨੂੰ ਪਹਿਲਾਂ ਕਹਿ ਕੇ ਗਈ ਸੀ ਵੀ ਜੇਕਰ ਪੁੱਤਰ ਹੋਇਆ ਨਾ ਕਾਲੂ ਜੀ ਤੁਹਾਡੇ ਘਰੇ ਤੇ ਬੜਾ ਧਨ ਲਵਾਂਗੇ, ਕਿਉਂਕਿ ਕਾਲੂ ਜੀ ਪਟਵਾਰੀ ਸਨ, ਧਨ ਦੀ ਕਮੀ ਨਹੀਂ ਸਨ। ਸੋ ਜੇਕਰ ਪੁੱਤਰ ਹੋਇਆ ਤਾਂ ਬੜਾ ਧਨ ਲਵਾਂਗੀ। ਤਾਂ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦਰਸ਼ਨ ਦਿੱਤੇ ਮਾਈ ਦੌਲਤਾਂ ਨੂੰ, ਕਹਿੰਦੇ ਉਸ ਕਮਰੇ ਦੇ ਵਿੱਚ 8 ਮੂੰਹ ਵਾਲਾ ਦੀਵਾ ਜਗਦਾ ਸੀ। ਜਿਵੇਂ ਦੀਵੇ ਹੁੰਦੇ ਨਾ, ਆਪਾਂ ਆਮ ਇੱਕ ਮੂੰਹ ਵਾਲਾ ਇੱਕ ਜੋਤ ਵਾਲਾ ਜਗਾਉਂਦੇ, ਤੇ ਇਵੇਂ 8 ਜੋਤਾਂ ਸੀ ਉਹਨੇ ਵਿੱਚ, ਭਾਵ ਚਾਨਣ ਬੜਾ ਸੀ, ਜਿਵੇਂ ਬਲਬ ਹੀ ਲਾ ਲਓ। ਕਹਿੰਦੇ ਉਹਦੀ ਰੌਸ਼ਨੀ ਫਿੱਕੀ ਪੈ ਗਈ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪ੍ਰਗਟ ਹੋ ਗਏ। ਪ੍ਰਕਾਸ਼ ਨੂਰ ਇੰਨਾ ਵਧਿਆ, ਉਸ ਦੀਵੇ ਦੀ ਰੌਸ਼ਨੀ ਫਿੱਕੀ ਪੈ ਗਈ। ਤੇ ਫਿਰ ਦਰਸ਼ਨ ਕੀਤੇ ਆ ਮਾਈ ਦੌਲਤਾਂ ਨੇ, ਤੇ ਕਹਿੰਦੇ ਉਹਨਾਂ ਨੇ ਬਾਅਦ ਵਿੱਚ ਦੱਸਿਆ ਵੀ ਬੜੇ ਬੱਚਿਆਂ ਦਾ ਜਨਮ ਮੇਰੇ ਹੱਥ ਵਿੱਚ ਹੋਇਆ ਆ, ਪਰ ਜਿੰਨਿਆਂ ਨੇ ਵੀ ਜਨਮ ਲਿਆ ਅੱਜ ਤੱਕ ਰੋਂਦੇ ਹੋਏ ਆਏ ਨੇ ਇਹ ਪਹਿਲੇ ਨੇ। ਜਿਵੇਂ ਉਹਨਾਂ ਨੇ ਪੰਡਿਤ ਹਰਦਾਸ ਜੀ ਨੂੰ ਬਾਅਦ ਵਿੱਚ ਦੱਸਿਆ ਵੀ ਇਹ ਪਹਿਲੇ ਨੇ ਬਾਲ ਵੀ ਜਿਨ੍ਹਾਂ ਹੱਸਦੇ ਹੋਏ ਆਏ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਹੱਸਦੇ ਹੋਏ ਜਨਮ ਲਿਆ ਉਹਨਾਂ ਨੇ। ਫਿਰ ਮਹਿਤਾ ਕਾਲੂ ਜੀ ਕਹਿੰਦੇ ਨੇ ਖੁਸ਼ੀ ਵਿੱਚ ਆਣ ਕੇ, ਦੱਸੋ ਕਿੰਨਾ ਧਨ ਚਾਹੀਦਾ, ਕੀ ਚਾਹੀਦਾ? ਕਹਿੰਦੇ ਨਹੀਂ, ਹੁਣ ਤਾਂ ਮੈਂ ਰੱਜ ਗਈ ਹਾਂ, ਕਿਸੇ ਤਰ੍ਹਾਂ ਦੀ ਕਾਮਨਾ ਨਹੀਂ ਰਹਿ ਗਈ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਹੀ ਇੰਨੇ ਮਹੱਤਵ ਨੇ ਵੀ ਦਰਸ਼ਨ ਕਰਦਿਆਂ ਹੀ ਕਾਮਨਾਵਾਂ ਪੂਰਨ ਹੋ ਜਾਂਦੀਆਂ ਨੇ, ਇੱਛਾਵਾਂ ਮਰ ਜਾਂਦੀਆਂ ਨੇ। ਸੋ ਮਾਈ ਦੌਲਤਾਂ ਦੀਆਂ ਇੱਛਾਵਾਂ ਮਰ ਗਈਆਂ। ਸੋ ਜਿਵੇਂ ਗੁਰ ਇਤਿਹਾਸ 'ਚ ਲਿਖਿਆ, ਫਿਰ ਅਗਲੇ ਦਿਨ ਸੈਰ ਕਰਨ ਗਈ ਮਾਈ ਦੌਲਤਾਂ, ਤੇ ਸੱਚੀ ਗੁਰੂ ਸਾਹਿਬ ਨੇ ਫਿਰ ਦੌਲਤ ਹੀ ਬਖਸ਼ ਦਿੱਤੀ, ਉਹਨੂੰ ਗੜਿਆ ਹੋਇਆ ਖਜ਼ਾਨਾ ਮਿਲ ਗਿਆ ਕਿਤੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਭ ਤੋਂ ਪਹਿਲਾਂ ਇਹ ਕਿਰਪਾ ਕੀਤੀ ਮਾਈ ਦੌਲਤਾਂ ਦੇ। ਭੈਣ ਬੇਬੇ ਨਾਨਕੀ, ਸੋ ਰਾਏ ਭੋਏ ਦੀ ਤਲਵੰਡੀ, ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਨਮ ਅਸਥਾਨ। ਸੋ ਕਈ ਸਾਖੀਆਂ ਮਹਾਰਾਜ ਦੇ ਨਾਲ ਜੁੜਦੀਆਂ ਨੇ, ਜਿਵੇਂ ਸੱਪ ਨੇ ਛਾਂ ਕਰਨੀ, ਤੇ ਫਿਰ ਮੱਝਾਂ ਚਰਾਉਣ ਵਾਲੀਆਂ। ਇਵੇਂ ਇੱਕ ਸਾਖੀ ਆ ਜਿਹੜੀ ਸਾਖੀ ਤੋਂ ਅੱਜ ਤੱਕ ਸਿੱਖਿਆ ਲੈ ਕਰ ਸਿੱਖ ਬਿਨਾਂ ਭੇਦ ਭਾਵ ਤੋਂ ਲੰਗਰ ਵਰਤਾ ਰਿਹਾ ਹੈ, ਤੇ ਉੱਥੋਂ ਤੱਕ ਵਰਤਾ ਰਿਹਾ ਹੈ ਜਿੱਥੋਂ ਤੱਕ ਕੀ ਕਹਿੰਦੇ ਵੱਡੇ ਤੋਂ ਵੱਡੇ ਸਿਪਾਹੀ ਵੀ ਅਮਰੀਕਾ ਦੇ ਜਾਣ ਤੋਂ ਡਰਦੇ ਨੇ। ਸੀਰੀਆ ਵਰਗੇ ਦੇਸ਼ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ 20 ਰੁਪਏ ਮਹਿਤਾ ਕਾਲੂ ਜੀ ਨੇ ਦਿੱਤੇ ਵੀ ਆਪ ਜੀ ਸੱਚਾ ਖਰਾ ਸੌਦਾ ਕਰਕੇ ਆਓ। ਸੋ ਕੀ ਦੇਖਿਆ ਵੀ ਭਗਤੀ ਕਰਨ ਵਾਲੇ ਭੁੱਖੇ ਸਾਧੂ ਨੇ, ਸੋ ਪ੍ਰਸ਼ਾਦਾ ਉਹਨਾਂ ਨੂੰ ਛਕਾ ਦਿੱਤਾ 20 ਰੁਪਈਆਂ ਦਾ। ਸੋ ਅੱਜ ਤੱਕ ਉਹ ਲੰਗਰ ਮਹਾਰਾਜ ਨੇ ਜਿਹੜਾ ਚਲਾਇਆ ਅੱਜ ਤੱਕ ਨਹੀਂ ਮੁੱਕਦਾ। ਤੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਨੇ, ਇੱਥੇ ਮੈਂ ਬੇਨਤੀ ਕਰਾਂ, ਲੰਗਰ ਦੀ ਕਦਰ ਕਰਨੀ ਚਾਹੀਦੀ ਹੈ। ਲੰਗਰ ਦੀ ਵਰਤਾਉਣ ਲੱਗਿਆਂ ਵੀ ਤੇ ਖਾਣ ਲੱਗਿਆਂ ਵੀ ਝੂਠ ਨਾ ਛੱਡਣੀ ਚਾਹੀਦੀ। ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਿਤਾ ਮਹਿਤਾ ਕਾਲੂ ਦੀਆਂ ਚਪੇੜਾਂ ਖਾਧੀਆਂ ਨੇ ਇਸ ਲੰਗਰ ਬਦਲੇ। 4 ਚਪੇੜਾਂ ਕੱਢ ਮਾਰੀਆਂ ਪਿਤਾ ਕਾਲੂ ਨੇ ਜਦੋਂ ਪਤਾ ਲੱਗਾ ਵੀ 20 ਦਾ ਲੰਗਰ ਛਕਾਏ ਜੇ। ਸੋ ਪਿਤਾ ਸਾਡੇ ਨੇ 4 ਚਪੇੜਾਂ ਖਾਧੀਆਂ ਨੇ ਮਹਿਤਾ ਕਾਲੂ ਜੀ ਨੇ ਸਾਨੂੰ ਅੰਨ ਬਖਸ਼ਣ ਵਾਸਤੇ। ਸੋ ਗੁਰ ਇਤਿਹਾਸ ਦੇ ਵਿੱਚ ਲੰਗਰ ਦੀ ਤਾਂ ਇੰਨੀ ਮਹਾਨਤਾ। ਆਪ ਜੀ ਬਸੰਤ ਦੀ ਵਾਰ ਪੜ੍ਹਦੇ ਹੋ ਨਾ, ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਬਸੰਤ ਦੀ ਵਾਰ ਉਚਾਰਨ ਕਰਦੇ ਪਏ ਸਨ ਤਾਂ 3 ਪੌੜੀਆਂ ਉਚਾਰਨ ਕੀਤੀਆਂ ਮਹਾਰਾਜ ਨੇ। ਲਾਂਗਰੀ ਸਿੰਘ ਆ ਗਿਆ, ਸੋ ਕਹਿਣ ਲੱਗਾ ਮਹਾਰਾਜ ਲੰਗਰ ਤਿਆਰ, ਆਪ ਜੀ ਜਾ ਕਰ ਛਕੋ ਤਾਂ ਜੋ ਬਾਅਦ 'ਚੋਂ ਸੰਗਤ ਵੀ ਛਕੇ। ਸੋ ਗੁਰੂ ਸਾਹਿਬ ਨੇ ਲੰਗਰ ਦੀ ਮਹਾਨਤਾ ਦਰਸਾਉਂਦੇ ਹੋਏ ਨਾ ਉਹ 3 ਪੌੜੀਆਂ ਰਹਿਣ ਦੀ ਅਗਾਂਹ ਬਾਣੀ ਨਹੀਂ ਉਚਾਰਨ ਕੀਤੀ ਮਹਾਰਾਜ ਨੇ। 3 ਪੌੜੀਆਂ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ, ਉਚਾਰਨ ਕਰ ਸਕਦੇ ਸਨ। ਭਾਈ ਗੁਰਦਾਸ ਜੀ ਨੇ ਕਿਹਾ, ਕਹਿੰਦੇ ਨਹੀਂ, ਸਿੱਖ ਨੂੰ ਇਹ ਸਮਝ ਪਵੇਗੀ ਜਦੋਂ ਬਾਣੀ ਪੜ੍ਹੇਗਾ ਤੇ ਮੇਰੇ ਗੁਰੂ ਲੰਗਰ ਦੀ ਕਿੰਨੀ ਮਹਾਨਤਾ ਰੱਖਦੇ ਨੇ। ਸੋ ਰਹੋ ਵਿਚਾਰ। ਸੋ ਆਪ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜੇ ਬਚਨ ਕੀਤੇ ਆ ਨਾ, ਪ੍ਰਥਮੇ ਆਪਣਾ ਮਨ ਪ੍ਰਭੋ ਦੇ ਪਾਸ਼ੇ ਅਵਰ ਰਿਝਾਵੇ, ਪਹਿਲਾਂ ਆਪਣੇ ਮਨ 'ਤੇ ਪਵੇ ਪ੍ਰਭਾਵ, ਫਿਰ ਹੀ ਦੂਜੇ 'ਤੇ ਪ੍ਰਭਾਵ ਪੈਂਦਾ। ਜਾਂ ਬੰਦਾ ਉਸ ਬਚਨਾਂ 'ਤੇ ਖਰਾ ਉਤਰਦਾ ਹੋਵੇ ਤਾਂ ਹੀ ਉਪਦੇਸ਼ ਕਰ ਸਕਦਾ। ਹੁਣ ਕੋਈ ਸ਼ਰਾਬੀ ਬੰਦਾ ਕਵੇ ਵੀ ਸ਼ਰਾਬ ਛੱਡ ਦਿਓ, ਆਪ 2 ਟਾਈਮ ਪੀਂਦਾ ਹੋਵੇ ਤੇ ਉਪਦੇਸ਼ ਦੇਵੇ ਵੀ ਬੜੀ ਮਾੜੀ ਹੈ, ਕੌਣ ਮੰਨੇਗਾ ਉਹਦੀ? ਕੋਈ ਨਹੀਂ। ਸੋ ਮਹਾਰਾਜ ਨੇ 3 ਉਪਦੇਸ਼ ਦਿੱਤੇ, ਨਾਮ ਜਪੋ, ਵੰਡ ਛਕੋ ਤੇ ਕਿਰਤ ਕਰੋ। ਇਹ ਇਕੱਲੇ ਉਪਦੇਸ਼ ਨਹੀਂ ਸੀ, ਮਹਾਰਾਜ ਨੇ ਆਪ ਕਮਾਏ ਤੇ ਫਿਰ ਦਿੱਤੇ। ਸੋ ਇੱਕੇ ਸਮੇਂ ਦੇ ਵਿੱਚ 3 ਕਮਾਏ। ਜਦੋਂ ਸੁਲਤਾਨਪੁਰ ਲੋਧੀ, ਸੋ ਬੜੇ ਭਾਗ ਲਾਏ ਨੇ ਮਹਾਰਾਜ ਨੇ ਉਸ ਧਰਤੀ ਨੂੰ। ਉੱਥੇ ਮਹਾਰਾਜ ਨੇ ਜਦੋਂ ਹੱਟ ਦੇ ਉੱਤੇ 13 ਤੋਲਦੇ ਨੇ,
ਸੋ ਵੰਡ ਕੇ ਛਕ ਰਹੇ ਨੇ, 13 ਸਭ ਨੂੰ ਬਰਾਬਰ ਤੋਲ ਰਹੇ ਨੇ। ਮੁੱਖ ਤੇ ਨਾਮ ਆ, ਸਤ ਕਰਤਾਰ ਆ, ਨਾਮ ਵੀ ਜਪ ਰਹੇ ਨੇ ਤੇ ਕਿਰਤ ਵੀ ਕਰਦੇ ਪਏ ਨੇ, ਨੌਕਰੀ ਕਰ ਰਹੇ ਨੇ। ਸੋ ਪਹਿਲਾਂ ਆਪ ਮਹਾਰਾਜ ਨੇ ਆਪਣਾ ਮਨ ਜਿਹੜਾ ਆ ਉਵੇਂ ਦਾ ਕੀਤਾ, ਆਪ ਉਵੇਂ ਦੇ ਸਨ, ਸੂਰਬੀਰ ਬਚਨ ਕੇ ਬਲੀ, ਤੇ ਫਿਰ ਉਹ ਉਪਦੇਸ਼ ਦਿੱਤਾ। ਸੋ ਜਿਵੇਂ ਮਹਾਰਾਜ ਦੇ ਉਪਦੇਸ਼ ਆਪ ਜੀ ਨੂੰ ਸਰਵਣ ਕਰਨ ਨੂੰ ਮਿਲਣਗੇ, ਜਿਸੇ ਤਰ੍ਹਾਂ ਦੇ ਗੁਰ ਇਤਿਹਾਸ ਦੇ ਵਿੱਚ, ਗੁਰਬਾਣੀ ਦੇ ਵਿੱਚ ਉਹਦੀ ਝਲਕ ਮਹਾਰਾਜ ਦੀ ਜੀਵਨ ਦੇ ਵਿੱਚ ਤੁਹਾਨੂੰ ਮਿਲੇਗੀ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ 4 ਉਦਾਸੀਆਂ ਕੀਤੀਆਂ, ਬਾਬੇ ਤਾਰੇ 4 ਚੱਕ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਇੰਨੇ ਤਾਰਨ ਆ ਰਹੇ ਆ ਵੀ ਵੇਖੋ, ਕਲਯੁੱਗ ਸਾਰਿਆਂ ਨੂੰ ਡੋਬਦਾ ਪਿਆ ਜੇ, ਕਲਯੁੱਗ ਦਾ ਪ੍ਰਭਾਵ ਸਾਰਿਆਂ 'ਤੇ ਜੇ, ਬੱਚੇ ਤੋਂ ਲੈ ਕੇ ਬ੍ਰਿਧ ਤੱਕ ਕੋਈ ਨਹੀਂ ਜੇ ਬਚਿਆ। ਇਹ ਕਲਯੁੱਗ ਦਾ ਪ੍ਰਭਾਵ ਆ, ਉਹ ਬਚਦਾ ਜਿਹੜਾ ਗੁਰੂ ਨਾਨਕ ਦੀ ਸ਼ਰਨ ਵਿੱਚ ਆਉਂਦਾ ਆ। ਤੇ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਐਸੇ ਵਿਲੱਖਣ ਨੇ, ਕਲਯੁੱਗ ਬਾਬੇ ਤਾਰਿਆ, ਕਲਯੁੱਗ ਨੂੰ ਵੀ ਤਾਰ ਦਿੱਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ। ਕਲਯੁੱਗ ਦੀ ਭੇਟ ਹੁੰਦੀ ਆ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ। ਸੰਗਰੂਰ ਦੇ ਵਿੱਚ ਗੁਰਦੁਆਰਾ ਖਾਲਸਾ ਲੱਖੀ, ਇਵੇਂ ਕਰਕੇ ਗੁਰਦੁਆਰਿਆਂ ਦਾ ਨਾਮ ਆ। ਸੋ ਉੱਥੇ ਜਦੋਂ ਮਹਾਰਾਜ ਨੇ ਕਲਯੁੱਗ ਨੇ ਆਉਣਾ ਕੀਤਾ ਮਹਾਰਾਜ ਕੋਲ, ਬੜੀ ਭੈੜੀ ਸੂਰਤ, ਬੜਾ ਜਵਾਨ ਕੋਈ ਦੈਂਤ ਹੋਵੇ ਜਿਵੇਂ, ਲਾਲ ਅੱਖਾਂ ਤੇ ਮੱਥੇ ਤੇ ਸਿੰਘ, ਤੇ ਭਾਈ ਮਰਦਾਨਾ ਜੀ ਭੈਭੀਤ ਹੋ ਗਏ, ਡਰ ਗਏ। ਇਹ ਕੌਣ ਆ? ਇੱਕ ਹੱਥ ਦੇ ਵਿੱਚ ਜੀਭ ਫੜੀ ਆ ਤੇ ਇੱਕ ਹੱਥ ਦੇ ਵਿੱਚ ਇੰਦਰੀ ਫੜੀ ਆ, ਜਿਹੜਾ ਕਿ ਦਰਸਾਉਂਦਾ ਪਿਆ ਕਲਯੁੱਗ ਦੇ ਵਿੱਚ 2 ਚੀਜ਼ਾਂ ਰਹਿ ਜਾਣਗੀਆਂ, ਇੱਕ ਜੀਭ ਦਾ ਸਵਾਦ, ਚੁਗਲੀ ਨਿੰਦਾ ਮਾਸ ਆਦਿਕ, ਇੱਕ ਇੰਦਰੀਆਂ। ਸੋ ਇੰਦਰੀਆਂ ਦਾ ਰਸ ਭੋਗਣਾ, ਨਿੰਦਿਆ ਸੁਣਨੀ, ਪਰਾਇਆ ਤਨ ਦੇਖਣਾ, ਚੁਗਲੀ ਕਰਨੀ। ਸੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਬੈਠੇ, ਵਿਚਾਰ ਚਰਚਾ ਹੋਈ। ਜਿਹੜੀ ਬਾਣੀ ਮਹਾਰਾਜ ਨੇ ਉਚਾਰਨ ਕੀਤੀ ਨਾ, ਮੋਤੀ ਤਾਂ ਮੰਦਰ ਉਸਰੇ, ਸੋ ਆਸਾ ਰਾਗ ਦਾ ਪਹਿਲਾ ਸ਼ਬਦ ਆ, ਵਾਹਿਗੁਰੂ ਸ੍ਰੀ ਰਾਗ ਦਾ ਪਹਿਲਾ ਸ਼ਬਦ ਆ ਉਹ, 14 ਅੰਗ ਤੇ। ਸੋ ਉੱਥੇ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਆ। ਤੇ ਕਲਯੁੱਗ ਨੇ ਫਿਰ ਵਾਅਦਾ ਕੀਤਾ ਮਹਾਰਾਜ ਨੇ, ਕਲਯੁੱਗ ਬਾਬੇ ਤਾਰਿਆਂ ਦੇ, ਮਹਾਰਾਜ ਮੇਰੇ ਪ੍ਰਭਾਵ ਤੋਂ ਤੇ ਕੋਈ ਨਹੀਂ ਜੇ ਬਚਦਾ। ਸੱਚੀ ਗੱਲ ਇਹ ਮੈਂ ਦੱਸਾਂ, ਤੇ ਅੱਜ ਤੱਕ ਤੇ ਵੱਡੇ ਵੱਡੇ ਧਰਮੀ ਪੁਰਸ਼ ਨਹੀਂ ਬਚੇ ਤੇ ਕੋਈ ਨਹੀਂ ਬਚਦਾ। ਪਰ ਜਿਹੜਾ ਤੁਹਾਡਾ ਨਾਮ ਲਊਗਾ ਨਾ ਕਲਯੁੱਗ ਦੇ ਵਿੱਚ, ਤੁਹਾਡਾ ਓਟ ਆਸਰਾ ਲਊਗਾ, ਜਿਹੜਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਇਸ 'ਤੇ ਚੱਲੇਗਾ ਤੇ ਉਹਦੇ 'ਤੇ ਮੇਰਾ ਰੰਚਕ ਮਾਤਰ ਪ੍ਰਭਾਵ ਨਹੀਂ ਆ। ਸੋ ਗੁਰਸਿੱਖਾਂ ਦਾ ਜੀਵਨ ਵੇਖਣ ਨੂੰ ਮਿਲਦਾ ਨਾ, ਕਿੱਡੇ ਕਿੱਡੇ ਕਲਯੁੱਗ ਤੋਂ ਬਚੇ ਨੇ। ਮਾਇਆ ਦਾ ਲਾਲਚ ਨਹੀਂ, ਕਿਸੇ ਦਾ ਡਰ ਨਹੀਂ, ਪਰ ਤਨ ਦਾ ਲਾਲਚ ਨਹੀਂ, ਡਰ ਕਿਸੇ ਪ੍ਰਕਾਰ ਦਾ ਨਹੀਂ। ਇਹ ਇੱਕੋ ਹੀ ਕਰਾਮਾਤ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾਮ। ਸੋ ਕਲਯੁੱਗ ਸਾਰਿਆਂ ਨੂੰ ਡੋਬਦਾ ਪਿਆ, ਪਰ ਵੇਖੋ ਗੁਰੂ ਨਾਨਕ ਸਾਹਿਬ ਖੁਦ ਅਕਾਲ ਪੁਰਖ ਵਾਹਿਗੁਰੂ ਆ, ਕਲਯੁੱਗ ਨੂੰ ਵੀ ਤਾਰ ਦਿੱਤਾ। ਫਿਰ ਮਹਾਰਾਜ ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਦਾਸੀਆਂ ਫਿਰ ਕੀਤੀਆਂ, ਜਿੱਥੇ ਜਿੱਥੇ ਗਏ ਆ ਉੱਥੇ ਉੱਥੇ ਮਹਾਰਾਜ ਨੇ ਉਪਦੇਸ਼ ਦਿੱਤੇ। ਸੋ ਪਤਾ ਨਹੀਂ ਕਿੰਨਿਆਂ ਨੂੰ ਤਾਰਿਆ। ਇੱਕ ਮਹਾਰਾਜ ਦਾ ਕਿਰਦਾਰ ਜਿਹੜਾ ਹੈ ਨਾ, ਜੱਤ ਸੱਤ ਕਿੰਨਾ ਉੱਚਾ ਆ। ਸੋ ਜਿਹੜਾ ਸ਼੍ਰੀਲੰਕਾ, ਅੱਜ ਆਪਾਂ ਸ਼੍ਰੀਲੰਕਾ ਕਹਿੰਦੇ, ਉਦੋਂ ਸੰਗਲਾ ਦੀਪ ਕਹਿੰਦੇ ਹੁੰਦੇ ਸੀ। ਸੋ ਉਸ ਸਮੇਂ ਮਹਾਰਾਜ ਉੱਥੇ ਗਏ ਆ ਤੇ ਰਾਜੇ ਸ਼ਿਵਨਾਥ ਨੂੰ ਪਤਾ ਸੀ ਗੁਰੂ ਨਾਨਕ ਸਾਹਿਬ ਬਾਰੇ, ਤੇ ਪਰ ਪਤਾ ਨਹੀਂ ਸੀ ਗੁਰੂ ਨਾਨਕ ਸਾਹਿਬ ਕੌਣ ਹੈ। ਤੇ ਰਾਜੇ ਤੋਂ ਮਾਇਆ ਲੈਣ ਵਾਸਤੇ ਬੜੇ ਉੱਥੇ ਆ ਜਾਣੇ, ਝੂਠੇ ਗੁਰੂ ਨਾਨਕ ਸਾਹਿਬ ਬਣ ਕੇ। ਪਰ ਰਾਜਾ ਥੋੜ੍ਹਾ ਤੇਜ਼ ਬੁੱਧੀ ਵਾਲਾ ਸੀ, ਉਹਨੇ ਕੀ ਕਰਨਾ, ਪਹਿਲਾਂ ਸੋਨਾ ਪੈਸੇ ਪੂਏ ਆਦਿਕ ਭੇਜਣੇ। ਉਹ ਕਈ ਜਿਹੜੇ ਕੱਚੇ ਜੀ ਸੀ ਉਹਨਾਂ 'ਤੇ ਉਹ ਡੁੱਲ ਜਾਣਾ, ਪਤਾ ਲੱਗ ਜਾਣਾ ਇਹ ਗੁਰੂ ਨਾਨਕ ਨਹੀਂ ਹੋ ਸਕਦਾ। ਫਿਰ ਚਲੋ ਉਹ ਵੀ ਪਾਰ ਕਰ ਲਿਆ ਕਿਸੇ ਨੇ। ਤੇ ਫਿਰ ਕੀ ਕਰਨਾ, ਵਾਹਿਗੁਰੂ ਫਿਰ ਇਸਤਰੀਆਂ ਨੂੰ ਭੇਜਣਾ, ਸੁੰਦਰ ਇਸਤਰੀਆਂ ਨੂੰ। ਕਈਆਂ ਨੇ ਉਹਦੇ ਮੂੰਹ ਦੇ ਵਿੱਚ ਫਸ ਜਾਣਾ। ਚਲੋ ਉਹ ਵੀ ਪਾਰ ਕਰ ਲਿਆ ਕਿਸੇ ਨੇ, ਉਹ ਵੀ ਟੈਸਟ ਪਾਸ ਕਰ ਲਿਆ। ਤੇ ਫਿਰ ਪਦਮ ਜਾਤੀ ਦੀ ਇਸਤਰੀਆਂ, ਉਹਨਾਂ ਤੋਂ ਮੋਹਣ ਇਸਤਰੀਆਂ ਭੇਜਣੀਆਂ। ਸੋ ਕਾਂ ਵਸ ਹੋ ਕੇ ਕਿ ਸਾਰਿਆਂ ਨੇ ਆਪਣੀ ਔਕਾਤ ਜਿਹੜੀ ਦਿਖਾ ਦੇਣੀ, ਤੇ ਰਾਜੇ ਨੂੰ ਪਤਾ ਲੱਗ ਜਾਣਾ ਇਹ ਕੋਈ ਗੁਰੂ ਨਾਨਕ ਨਹੀਂ। ਤੇ ਜਦੋਂ ਗੁਰੂ ਨਾਨਕ ਸਾਹਿਬ ਆਏ, ਰੌਲਾ ਪਿਆ, ਗੁਰੂ ਨਾਨਕ ਸਾਹਿਬ ਆਏ ਨੇ, ਨਾਲ 2 ਸਿੱਖ ਨੇ। ਤੇ ਹੁਣ ਰਾਜੇ ਨੂੰ ਤਾਂ ਪਤਾ ਨਹੀਂ ਸੀ ਕਿਹਨੂੰ ਭੇਜਿਆ ਆ। ਪਹਿਲਾਂ ਥਾਲ ਭੇਜੇ ਨੇ ਮਾਇਆ ਦੇ, ਮਹਾਰਾਜ ਨੇ ਮਨਾ ਕੀਤਾ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿਹੜੇ ਗੱਲ ਦੀ ਘਾਟ ਆ।
ਫਿਰ ਇਸਤਰੀਆਂ ਭੇਜੀਆਂ, ਗੁਰੂ ਨਾਨਕ ਸਾਹਿਬ ਦਾ ਕੋਈ ਧਿਆਨ ਨਹੀਂ। ਰਾਜਾ ਬੜਾ ਫਿਰ ਹੁਣ ਹੈਰਾਨ ਹੋਇਆ ਵੀ ਇਸਤਰੀਆਂ ਵੱਲ ਵੀ ਧਿਆਨ ਨਹੀਂ। ਫਿਰ ਪਦਮ ਜਾਤੀ ਦੀਆਂ ਇਸਤਰੀਆਂ ਭੇਜੀਆਂ। ਗੁਰੂ ਨਾਨਕ ਸਾਹਿਬ ਦਾ ਸ਼ਬਦ ਆਪਾਂ ਸਰਵਣ ਕਰਦੇ, ਗਾਸ਼ੋ ਪੁੱਤਰੀ ਰਾਜ ਕੁਵਾਰ। ਪੁੱਤਰੀਆਂ ਕਿਹਾ, ਨੱਚਣ ਲੱਗੀਆਂ, ਤੇ ਮਹਾਰਾਜ ਨੇ ਕਿਹਾ ਪੁੱਤਰੀਆਂ ਜੇ ਤੁਸੀਂ ਤੇ ਰਾਜਕੁਮਾਰੀਆਂ ਜੇ। ਸੋ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਕਿਰਦਾਰ ਆ। ਉੱਥੇ ਰਾਜੇ ਸ਼ਿਵਨਭ ਦੇ ਦਇਆ ਦ੍ਰਿਸ਼ਟੀ ਕੀਤੀ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਡਿਆਈ ਤਾਂ ਇੰਨੀ ਆ ਵੀ ਕਿੰਨੇ ਜਨਮ ਧਾਰ ਕਰ ਲਈਏ, ਵਡਿਆਈ ਮਹਾਰਾਜ ਦੀ ਨਹੀਂ ਹੋ ਸਕਦੀ। ਸੋ ਇੱਕ ਸ਼ਬਦ ਪੜ੍ਹਦੇ ਹੁੰਦੇ ਆ, ਤਾਰੇ ਗਿਨੇ ਜਾਤ ਹੈ ਨਾ ਤਾਰੇ ਗਿਨੇ ਜਾਤ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਾਬਤ ਤਾਰੇ ਗਿਨੇ ਜਾਤ ਹੈ ਨਾ ਤਾਰੇ ਗਿਨੇ ਜਾਤ ਹੈ। ਕਹਿੰਦੇ ਮਹਾਰਾਜ ਅਸਮਾਨ ਦੇ ਵਿੱਚ ਕਿੰਨੇ ਤਾਰੇ ਹਨ ਇਹ ਗਿਣੇ ਜਾ ਸਕਦੇ ਨੇ, ਪਰ ਗੁਰੂ ਨਾਨਕ ਸਾਹਿਬ ਜੀ ਨੇ ਕਿੰਨੇ ਤਾਰੇ ਨੇ ਇਹ ਨਹੀਂ ਕਦੇ ਗਿਣਿਆ ਜਾ ਸਕਦਾ। ਮਨੁੱਖ ਤਾਂ ਛੱਡੋ, ਜੀਵ ਜੰਤੂ ਤਾਂ ਛੱਡੋ, ਬਾਬੇ ਨੇ ਪੱਥਰ ਵੀ ਤਾਰੇ ਨੇ, ਪੰਜਾ ਸਾਹਿਬ ਗੁਰਦੁਆਰਾ ਨੇ, ਰੁੱਖ ਵੀ ਤਾਰੇ ਨੇ, ਬੇਰ ਸਾਹਿਬ ਗੁਰਦੁਆਰਾ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਇਹ ਵਡਿਆਈ ਆ, ਅਥਾਹ ਆ, ਇਹਦੀ ਕਦੀ ਪੂਰਨਤਾ ਨਹੀਂ ਹੋ ਸਕਦੀ। ਗੁਰੂ ਨਾਨਕ ਸਾਹਿਬ ਜੀ ਦਾ ਕਲਾਮ ਹੈ, ਬਾਣੀ ਬਖਸ਼ੀ ਮਹਾਰਾਜ ਨੇ ਜਪਜੀ ਸਾਹਿਬ। ਉਸ ਬਾਬਤ ਮਹਾਰਾਜ ਕਹਿੰਦੇ ਹਨ, ਜਿੱਥੇ ਜਪਜੀ ਹੈ ਉੱਥੇ ਦੁੱਖ ਨਹੀਂ, ਜਿੱਥੇ ਦੁੱਖ ਹੈ ਉੱਥੇ ਜਪਜੀ ਨਹੀਂ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਵੀ ਵਰਤ ਰਹੇ ਨੇ ਸਰਬੰਗ ਗਾਉਣੇ। ਸੋ ਮਹਾਰਾਜ ਅੱਜ ਵੀ ਗਮਨ ਕਰ ਰਹੇ ਨੇ। ਆਪ ਸੰਗਤ ਵਿੱਚ ਹੋ ਕੇ ਮਹਾਰਾਜ ਬੈਠ ਕਰਕੇ ਆਪਣੀ ਵਡਿਆਈ ਸੁਣਾ ਰਹੇ ਨੇ। ਕਿਤੇ ਲੰਗਰ ਦੇ ਵਿੱਚ ਮਹਾਰਾਜ ਖੁਦ ਹੀ ਵਰਤਾਵੇ ਬਣੇ ਹੋਏ ਨੇ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਸਦਾ ਅੰਗ ਸੰਗ ਨੇ। ਇੱਕ ਵਾਰ ਫਿਰ ਤੋਂ ਆਪ ਸਭ ਸਮੂਹ ਨਗਰ ਨਿਵਾਸੀਆਂ ਦੇ ਸੰਗਤ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਵਤਾਰ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਨ, ਬੇਅੰਤ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ। ਆਪ ਸਭ ਸੰਗਤ ਨੇ ਬਖਸ਼ਣਾ, ਅਗਾਂਹ ਤੋਂ ਕਥਾ ਕਰਨ ਦੀ ਜਾਚ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ।